हेलो, की हाल है जी? ठीक हो? मैं रमन शर्मा स्कोप अकेडमी गुरदासपुर तो और ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ क्लास 11th केमिस्ट्री यूनिट नंबर 2 ਕੀ ਨਾਮ ਸੀ ਸਟਰਕਚਰ ਆਫ ਐਟਮ। ਠੀਕ ਹੈ ਔਰ ਅਸੀਂ ਇਸ ਚੈਪਟਰ ਨੂੰ ਇੱਕ ਕਹਾਣੀ ਦੀ ਤੌਰ ਦੇ ਉੱਤੇ ਸ਼ੁਰੂ ਕੀਤਾ। ਕਹਾਣੀ ਦੇ ਵਿੱਚ ਪੜ੍ਹਦੇ ਪਏ ਹਾਂ। ਕਹਾਣੀ ਦੇ ਵਿੱਚ ਲਾਸਟ ਐਪੀਸੋਡ 'ਚ ਤੁਸੀਂ ਇਹ ਦੇਖਿਆ ਸੀ ਕਿ ਕਿਸ ਤਰ੍ਹਾਂ ਰਦਰਫੋਰਡ ਨੇ ਇੱਕ ਸਕੈਟਰਿੰਗ ਮਾਡਲ ਦੇ ਤੌਰ ਤੇ ਇੱਕ ਸਕੈਟਰਿੰਗ ਐਕਸਪੈਰੀਮੈਂਟ ਕੀਤਾ, ਉਹਦੇ ਉੱਤੇ ਇੱਕ ਨਿਊਕਲੀਅਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦਿੱਤੀ ਹੈ ਨਾ। ਜਿੰਨੇ ਲਾਸਟ ਵੀਡੀਓ ਨਹੀਂ ਦੇਖਿਆ ਪਲੀਜ਼ ਲਾਸਟ ਵੀਡੀਓ ਦੇਖਿਓ, ਲਾਸਟ ਲੈਕਚਰ ਦੇਖਿਓ, ਬਹੁਤ ਵਧੀਆ ਜੀ। ਅੱਛਾ ਜੀ, ਤੇ ਅੱਜ ਕੀ ਪੜ੍ਹਨ ਜਾ ਰਹੇ ਹਾਂ? ਅੱਜ ਅਸੀਂ ਰਦਰਫੋਰਡ ਦੁਆਰਾ ਹੀ ਦਿੱਤਾ ਗਿਆ ਜਿਹੜਾ ਮਾਡਲ ਸੀ ਉਹਦੇ ਵਿੱਚ ਜੋ ਗੜਬੜ ਰਹੀ, ਕਿਉਂਕਿ ਰਦਰਫੋਰਡ ਨੇ ਵੀ ਕਿਤੇ ਨਾ ਕਿਤੇ ਕੁਝ ਚੀਜ਼ਾਂ ਗਲਤ ਡਿਫਾਈਨ ਕਰ ਦਿੱਤੀਆਂ ਔਰ ਉਹਦੀ ਤੇ ਚਰਚਾ ਕਰਨ ਜਾ ਰਹੇ ਹਾਂ ਕਿ ਕਿਹੜੀਆਂ ਗੱਲਾਂ ਹੀ ਜਿਹਦੇ ਕਰਕੇ ਰਦਰਫੋਰਡ ਮਾਡਲ ਨੂੰ ਵੀ ਡ੍ਰੌਪ ਕਰ ਦਿੱਤਾ ਗਿਆ। ਹਾਂਜੀ, ਇਹ ਵੀ ਮਾਡਲ ਡ੍ਰੌਪ ਹੋਇਆ ਔਰ ਉਹਦੇ ਤੋਂ ਬਾਅਦ ਅਗਲੇ ਮਾਡਲ ਦੀ ਕਹਾਣੀ ਆਣੀ ਆ। ਸੋ ਆਪਾਂ ਗੱਲ ਕਰਨ ਲੱਗੇ ਹਾਂ ਫੇਲਿਅਰ ਆਫ ਰਦਰਫੋਰਡ ਮਾਡਲ ਆਫ ਐਟਮ। ਕੀ ਕਾਰਨ ਸੀ ਜਿਹਦੇ ਕਰਕੇ ਰਦਰਫੋਰਡ ਮਾਡਲ ਫੇਲ ਹੋ ਗਿਆ? ਸੋ ਪਹਿਲਾ ਕਾਰਨ ਸੀ stability of atom। stability of atom ਨੂੰ ਐਕਸਪਲੇਨ ਕਰਨ ਦੇ ਵਿੱਚ ਇਹ ਮਾਡਲ ਨਾਕਾਮ ਰਿਹਾ ਸੀ। ਐਟਮ ਦੀ ਸਟੇਬਿਲਿਟੀ, ਵੈਸੇ ਤੇ ਐਟਮ ਸਟੇਬਲ ਹੀ ਆ ਬਟ ਡਿਫਾਈਨ ਨਹੀਂ ਕਰ ਪਾਇਆ। ਇਹਨਾਂ ਨੇ ਇਹ ਗੱਲ ਕਹੀ ਕਿ ਐਟਮ ਦੇ ਵਿੱਚ ਨਿਊਕਲੀਅਸ ਦੇ ਇਰਦ ਗਿਰਦ ਇਲੈਕਟ੍ਰੋਨ ਰਿਵੋਲਵ ਕਰਦੇ ਪਏ ਔਰ ਇਸ ਥਿਊਰੀ ਨੂੰ ਗਲਤ ਸਾਬਿਤ ਕੀਤਾ ਗਿਆ ਮੈਕਸਵੈਲ ਦੁਆਰਾ। ਮੈਕਸਵੈਲ ਬਹੁਤ ਵੱਡੇ ਵਿਗਿਆਨਿਕ ਸੀ, ਸਾਡੀ ਸਾਇੰਸ ਦਾ ਬਹੁਤ ਜ਼ਿਆਦਾ ਯੋਗਦਾਨ ਜਿਹੜਾ ਮੈਕਸਵੈਲ ਵੱਲੋਂ ਹੈ। ਬਹੁਤ ਕੁਝ ਦੱਸਿਆ ਗਿਆ ਇਹਨਾਂ ਵੱਲੋਂ। ਇਲੈਕਟ੍ਰੋਮੈਗਨੈਟਿਜ਼ਮ ਦੇ ਉੱਤੇ ਬਹੁਤ ਥਿਊਰੀਜ਼ ਨੇ, ਫਿਜ਼ਿਕਸ ਵਿੱਚ ਬਹੁਤ ਕੁਝ ਹੈ। 12th ਵਿੱਚ ਮੈਕਸਵੈਲ ਦੀਆਂ ਕਾਫੀ ਥਿਊਰੀਜ਼ ਤੁਸੀਂ ਪੜ੍ਹਨੀਆਂ। ਮੈਕਸਵੈਲ ਦੀ ਥਿਊਰੀ ਦੇ ਅਨੁਸਾਰ ਮੈਕਸਵੈਲ ਨੇ ਕਿਹਾ every charge and accelerated particle emit radiation and loses energy। ਮੈਕਸਵੈਲ ਨੇ ਥਿਊਰੀ ਦਿੱਤੀ ਸੀ ਕਿ ਜਿਹੜਾ ਕੋਈ ਚਾਰਜ ਪਾਰਟੀਕਲ ਹੈ ਅਗਰ ਉਹ ਐਸਲਰੇਟਡ ਹੈ, ਚਾਰਜ ਪਾਰਟੀਕਲ ਐਸਲਰੇਟਡ ਹੈ ਤੇ ਉਹ ਕੰਟੀਨਿਊਸਲੀ ਰੇਡੀਏਸ਼ਨ ਅਮਿਟ ਕਰੇਗਾ, ਚਾਹੇ ਉਹ ਹੀਟ ਦੀ ਫਾਰਮ 'ਚ ਹੈ ਚਾਹੇ ਉਹ ਲਾਈਟ ਦੀ ਫਾਰਮ 'ਚ ਹੈ, ਔਰ ਆਪਣੀ એનર્ਜੀ ਲੂਜ਼ ਕਰੇਗਾ। यानी कि एस्लरेशन के दौरान वो अपनी एनर्जी भी लूज करेगा और रेडिएशन अमिट करेगा। सानू रदरफोर्ड ने कहा सी कि इलैक्ट्रॉन जेडे ने वो रिवॉल्व करते पे ने अराउंड द न्यूक्लियस। अगर इलैक्ट्रॉन रिवॉल्व करता पिया ते तुहानू पता सर्कुलर मोशन की हुंदा, सर्कुलर मोशन दे विच वेलोसिटी चेंज हुंदी है ना। आपां फिजिक्स पढ़दे पे हां, सैकेंड यूनिट काइनेमैटिक्स पढ़िया। और जदों वेलोसिटी चेंज होंदी है ते ओदे विच फिर एसलरेशन का फार्मूला की है चेंज इन वेलोसिटी। जदों वेलोसिटी चेंज होंदी है तो फिर इलैक्ट्रॉन इहदा मतलब एसलरेटेड हो गया। इलैक्ट्रॉन ते चार्ज भी है, इलैक्ट्रॉन एसलरेटेड भी है। सो इस हिसाब नाल इलैक्ट्रॉन अगर एनर्जी अमिट करूगा, एनर्जी लूज करूगा, रेडिएशन छटेगा तो फिर पॉजिटिव चार्ज इस लगातार लूज करने वाले इलैक्ट्रॉन नू अपनी तरफ खिंच लेगा, क्योंकि एक पासे पॉजिटिव चार्ज है जिहदे विच स्टिल कांस्टेंट एनर्जी है, पर दूसरे पासे नेगेटिव चार्ज है जिहदे विच एनर्जी लगातार रिड्यूस हो रही है। और अगर यह एनर्जी लगातार रिड्यूस कर रहा, इलैक्ट्रॉन एनर्जी रिड्यूस करता पाया तो एक टाइम इदां दा आएगा जेड़ा कि घूम के एक टाइम दे उत्ते स्पाइरल पाथ नू फॉलो करते हुए वो जाके न्यूक्लियस च गिर जाएगा, उत्थे गड़बड़ हो जाएगी। सो यह जेड़ा मैक्सवेल ने थ्योरी दी उस थ्योरी के अगेंस्ट
ਸਟੇਬਿਲਿਟੀ ਆਫ ਐਟਮ ਦੇ ਲਈ ਸਵਾਲ ਖੜਾ ਹੋ ਗਿਆ ਔਰ ਰਦਰਫੋਰਡ ਦਾ ਪਹਿਲਾ ਪੁਆਇੰਟ ਜਾਂ ਕਹਿ ਲਓ ਇਹ ਪੁਆਇੰਟ ਕਿ ਇਲੈਕਟ੍ਰੋਨ ਜਿਹੜੇ ਨੇ ਉਹ ਰਿਵੋਲਵ ਕਰਦੇ ਪਏ ਨੇ ਉਹ ਗੜਬੜ ਹੋ ਗਈ, ਗਲਤ ਹੋ ਗਿਆ। ਸੋ ਪਹਿਲਾ ਤੇ ਸਟੇਬਿਲਿਟੀ ਆਫ ਐਟਮ ਪੂਰਾ ਸਮਝ ਆ ਗਿਆ ਤੁਹਾਨੂੰ, ਠੀਕ ਹੈ। ਔਰ ਦੂਸਰਾ ਡਰਾਬੈਕ, ਦੂਸਰਾ ਫਲੋ ਕੀ ਸੀਗਾ, ਦੂਸਰਾ ਫਲੋ ਸੀ ਕਿ ਦੂਸਰਾ ਫਲੋ ਸੀ ਕਿ ਐਟੋਮਿਕ ਸਪੈਕਟਰਾ। ਇਹ ਟੌਪਿਕ ਹਜੇ ਸਾਨੂੰ ਅੱਗੇ ਆਉਣਾ, ਪਰ ਮੈਂ ਫਿਰ ਵੀ ਤੁਹਾਨੂੰ ਇੱਥੇ ਹੀ ਦੱਸ ਦੇਣਾ। ਦੇਖੋ ਸਪੈਕਟਰਾ ਕੀ ਹੁੰਦਾ, ਅਸੀਂ ਪੜ੍ਹ ਚੁੱਕੇ ਹਾਂ 10th ਕਲਾਸ ਵਿੱਚ ਵੀ। ਜਦੋਂ ਵਾਈਟ ਲਾਈਟ ਜਾ ਕੇ ਪ੍ਰਿਜ਼ਮ ਤੇ ਪੈਂਦੀ ਹੈ ਤੇ ਵਾਈਟ ਲਾਈਟ ਸਪਲਿਟ ਹੋ ਜਾਂਦੀ ਆ ਮਲਟੀਪਲ ਕਲਰ ਲਾਈਟ ਦੇ ਵਿੱਚ, ਤੇ ਜਿਹੜੇ ਬੈਂਡ ਬਣਦੇ ਆ ਨਾ, ਇਹ ਵਾਲਾ ਬੈਂਡ, ਇਹਨੂੰ ਅਸੀਂ ਸਪੈਕਟਰਾ ਕਹਿ ਦਿੰਦੇ ਹਾਂ। ਔਰ ਜ਼ਰੂਰੀ ਨਹੀਂ ਕਿ ਕਲਰਡ ਬੈਂਡਸ ਹੀ ਬਣਨ, ਕਈ ਵਾਰ ਇਸ ਤਰ੍ਹਾਂ ਵੀ ਹੋ ਸਕਦਾ ਵਾ ਕਿ ਕਲਰ ਤੋਂ ਬਿਨਾਂ ਵੀ ਬੈਂਡ ਬਣੇ, ਯਾਨੀ ਕਿ ਲਾਈਨਸ ਬਣ ਜਾਣ, ਪਰਛਾਵੇਂ ਆ ਜਾਣ, ਪਰਛਾਈ ਆ ਜਾਏ। ਐਕਸਪੈਰੀਮੈਂਟ 'ਚ ਇਹ ਦੇਖਿਆ ਗਿਆ ਕਿ ਕੋਈ ਵੀ ਪਾਰਟਿਕੂਲਰ ਗੈਸ ਜਿੱਦਾਂ ਹਾਈਡਰੋਜਨ, ਹੀਲੀਅਮ, ਨਾਈਟ੍ਰੋਜਨ, ਇਹਨਾਂ ਗੈਸਿਸ ਦੇ ਵਿੱਚੋਂ ਜਦੋਂ ਵਾਈਟ ਲਾਈਟ ਨੂੰ ਗੁਜ਼ਾਰਿਆ ਗਿਆ ਤੇ ਇਹ ਵਾਈਟ ਲਾਈਟ ਨੇ ਪ੍ਰਿਜ਼ਮ ਦੇ ਉੱਤੇ ਜਾ ਕੇ ਡੈਫੀਨੇਟ ਅਮਾਉਂਟ ਦੀਆਂ ਲਾਈਨਸ ਬਣਾਤੀਆਂ ਸਕਰੀਨ ਦੇ ਉੱਤੇ ਡੈਫੀਨੇਟ ਅਮਾਉਂਟਸ ਦੀਆਂ ਲਾਈਨ ਬਣਾਤੀਆਂ, ਜੋ ਕਿ ਇੱਕ ਦੂਜੇ ਤੋਂ ਥੋੜੀ ਥੋੜੀ ਦੂਰੀ ਤੇ ਹੀ। ਇਹਨਾਂ ਲਾਈਨਸ ਨੂੰ ਐਟੋਮਿਕ ਸਪੈਕਟਰਾ ਕਿਹਾ ਗਿਆ। ਗੈਸ ਬਦਲਣ ਦੇ ਉੱਤੇ ਇਹ ਲਾਈਨਸ ਦਾ ਵੀ ਚੇਂਜ ਆ ਗਿਆ ਵੀ ਜਿਵੇਂ ਹਾਈਡਰੋਜਨ ਹੈ ਤੇ ਲਾਈਨਸ ਜਿਹੜੀਆਂ ਥੋੜੀਆਂ ਸੀ, ਹੀਲੀਅਮ ਤੇ ਲਾਈਨ ਵੱਧ ਗਈਆਂ, ਤੀਸਰੀ ਗੈਸ ਤੇ ਹੋਰ ਵੱਧ ਗਈਆਂ। ਸੋ ਨੰਬਰ ਆਫ ਲਾਈਨਸ ਕਿਉਂ ਵਧੀਆਂ ਔਰ ਇਹ ਲਾਈਨਸ ਕਿਉਂ ਬਣੀਆਂ, ਇਹਦੇ ਬਾਰੇ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ ਗਈ। ਹੀ didn't explain the atomic spectra and behavior behind the atomic spectra। ਅਟੋਮਿਕ ਸਪੈਕਟਰਮ ਕਿਉਂ ਬਣਿਆ ਉਹਦੇ ਬਾਰੇ ਨਹੀਂ ਦੱਸਿਆ, ਔਰ ਕਿਉਂ ਚੇਂਜ ਹੋ ਰਿਹਾ ਕੋਈ ਵੀ ਇਹਦੇ ਬਾਰੇ ਨਹੀਂ ਦੱਸਿਆ। ਸੋ ਰਦਰਫੋਰਡ ਦੇ ਇਸ ਮਾਡਲ ਨੂੰ, ਜੋ ਕਿ ਐਟਮ ਨਾਲ ਜੁੜਿਆ ਹੋਇਆ ਸੀ, ਇਹਨੂੰ ਫੇਲੀਅਰ ਮੰਨ ਲਿਆ ਗਿਆ। ਇਹਨੂੰ ਕਿਹਾ ਗਿਆ ਕਿ ਇਹ ਐਟਮ ਮਾਡਲ ਜਿਹੜਾ ਇਹ ਸਾਡੇ ਕੰਮ ਦਾ ਨਹੀਂ। ਸੋ ਇੱਥੇ ਖਤਮ ਹੋ ਗਈ ਕਹਾਣੀ ਰਦਰਫੋਰਡ ਦੀ। ਰਦਰਫੋਰਡ ਨੇ ਜੋ ਮਾਡਲ ਦਿੱਤਾ ਉਹ ਉਹਨਾਂ ਦੇ ਕੰਮ ਨਹੀਂ ਆਇਆ। ਸੋ ਇਹਨਾਂ ਨੂੰ ਕੱਟਣ ਵਾਲੇ ਅਗਲੇ ਵਿਗਿਆਨਿਕ ਸੀ ਬੋਹਰ, ਨੀਲ ਬੋਹਰ, ਔਰ ਉਹਨਾਂ ਨੇ ਦਿੱਤਾ ਨੀਲ ਬੋਹਰਸ ਮਾਡਲ ਆਫ ਐਟਮ। ਬਹੁਤ ਹੀ ਜ਼ਿਆਦਾ ਇੰਪॉर्टेंट, ਪਬਲਿਸ਼ ਔਰ ਬਹੁਤ ਕੁਝ ਦੱਸਣ ਵਾਲਾ ਸੀ ਆ ਮਾਡਲ। ਬੋਹਰ ਮਾਡਲ ਦੇਖੋ, ਆਪਾਂ ਸ਼ੁਰੂ ਹੋਏ ਡਾਲਟਨ ਐਟੋਮਿਕ ਮਾਡਲ ਤੋਂ, ਜੋ ਕਿ ਇੱਕ ਸਿਰਫ ਥਿਊਰੀ ਸੀ। ਫਿਰ ਥॉमसन, ਉਹ ਵੀ ਅਸੰਪਸ਼ਨਲ ਪਾਰਟ ਸੀ, ਜੇ ਥॉमसन ਦਾ ਮਾਡਲ। ਫਿਰ ਰਦਰਫੋਰਡ ਦੀ ਗੱਲ ਹੋ ਗਈ, ਹੁਣ ਸਾਡੇ ਕੋਲ ਆ ਗਏ ਨੀਲ ਬੋਹਰ। ਨੀਲ ਬੋਹਰ ਨੇ ਵੀ ਇੱਕ ਮਾਡਲ ਦਿੱਤਾ ਐਟਮਸ ਦਾ, ਜਿਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਸੀ ਨਿਊਕਲੀਅਸ is at center of atom, ਜੋ ਕਿ ਪਹਿਲਾਂ ਵੀ ਡਿਫਾਈਨ ਹੋ ਚੁੱਕਿਆ ਹੈ। ਇਹਦਾ ਜਿਹੜਾ ਦੂਸਰਾ ਪੁਆਇੰਟ ਸੀ, ਇਹ ਪੁਆਇੰਟ ਰਦਰਫੋਰਡ ਦੇ ਦਿੱਤੇ ਗਏ ਇਲੈਕਟ੍ਰੋਨ ਦੇ ਬਿਹੇਵੀਅਰ ਦੇ ਅਗੇਂਸਟ ਸੀ ਔਰ ਉਹਨੂੰ ਕਲੀਅਰ ਕਰੇ ਕਰਦਾ ਹੈ। ਠੀਕ ਹੈ, ਇੱਥੋਂ ਤੱਕ ਸਮਝ ਆ ਗਿਆ। ਸੋ ਨੀਲ ਬੋਹਰ ਨੇ ਜਿਹੜਾ ਮਾਡਲ ਦਿੱਤਾ ਉਹਦੇ ਵਿੱਚ ਪਹਿਲਾ ਪੁਆਇੰਟ ਜਿਹੜਾ ਸੇਮ ਹੀ, ਨਿਊਕਲੀਅਸ ਐਟਮ ਦੇ ਸੈਂਟਰ 'ਚ ਰਿਸਾਈਡ ਕਰਦਾ ਪਿਆ, ਔਰ ਰਦਰਫੋਰਡ ਨੇ ਹੀ ਤੇ ਇਸ ਚੀਜ਼ ਬਾਰੇ ਦੱਸਿਆ ਸੀ। ਅਸੀਂ ਪੜ੍ਹਿਆ ਇਹਨੂੰ ਕਿ ਰਦਰਫੋਰਡ ਨੇ ਕਿਹਾ ਕਿ ਸੈਂਟਰ ਦੇ ਵਿੱਚ ਨਿਊਕਲੀਅਸ ਹੈ ਔਰ ਬਹੁਤ ਹੈਵੀ ਮਾਸ ਵਾਲਾ ਹੈ, ਸਾਰਾ ਮਾਸ ਉੱਥੇ ਕਨਸੈਂਟਰੇਟਡ ਹੈ ਐਟਮ ਦਾ। ਦੂਸਰਾ ਪੁਆਇੰਟ ਕੀ ਸੀ, ਦੂਸਰਾ ਪੁਆਇੰਟ ਇਲੈਕਟ੍ਰੋਨ ਦੀ ਬਾਰੇ ਸੀ ਕਿ ਇਲੈਕਟ੍ਰੋਨ ਕਿੱਦਾਂ ਰਿਸਾਈਡ ਕਰਦੇ ਪਏ, ਕਿੱਦਾਂ ਮੂਵ ਕਰੇ ਕਰਦੇ। ਤਾਂ ਦੂਸਰਾ ਪੁਆਇੰਟ ਸੀ ਇਹਦਾ ਇਲੈਕਟ੍ਰੋਨ revolve only in fixed circular orbits having
fixed energy with fixed velocity। गल इन्होंने भी वही की थी, इन्होंने भी यही कहा कि इलैक्ट्रॉन जो है न्यूक्लियस के नियर देयर आले दुआले रिवॉल्व करता पाया, पर ओदी रिवॉल्विंग फिक्स्ड पाथ दे उत्ते है। मतलब कि अगर मान लो न्यूक्लियस है तो इलैक्ट्रॉन एक पर्टिकुलर पाथ दे उत्ते, यानी कि एक पाथ हो गया, यह दूसरा पाथ हो गया, यह तीसरा पाथ हो गया, इलैक्ट्रॉन सिर्फ इन्हां पाथ्स दे उत्ते ही मिलणगे और इन्हां पाथ्स दी जिहड़ी एनर्जी है वो फिक्स्ड है। पाथ की एनर्जी कह लो या इलैक्ट्रॉन की एनर्जी कह लो, इलैक्ट्रॉन की एनर्जी इत्थे फिक्स है, यानी कि उत्थे जिथे उन्हें गल की थी कि इलैक्ट्रॉन एनर्जी रेडिएट कर देगा, इस तरह कुछ नहीं है, फिक्स्ड एनर्जी नाल मूव करते पे। इन्हां दी वेलोसिटी फिक्स है, एनर्जी फिक्स्ड है, वेलोसिटी फिक्स है और इन्हां दा पाथ फिक्स्ड है और उस पाथ नू ऑर्बिट कहा गया। इलैक्ट्रॉन इन बिटवीन किते नहीं मिलेगा, सिर्फ इन्हां पाथ्स दे उत्ते ही मिलेगा और इन्हां पाथ्स दे लई कुछ कंडीशंस दे दित्तियां जो कि अगले पॉइंट दे विच दसियां। इन्होंने कहा इलैक्ट्रॉन्स रिवॉल्व ओनली in those circular orbits for which the angular momentum is integral multiple of h by 2 pi, integral multiple of h by 2 pi। उन्होंने इलैक्ट्रॉन की रिवॉल्विंग ते भी क्लियर कर दिता कि ਜਿਹੜੇ ਇਲੈਕਟ੍ਰੋਨ ਕਿਸੇ ਵੀ ਨਿਊਕਲੀਅਸ ਦੇ ਆਲੇ ਦੁਆਲੇ ਘੁੰਮ ਰਹੇ ਨੇ, ਯਾਨੀ ਕਿ ਸੌਰੀ ਨਿਊਕਲੀਅਸ ਦੇ ਆਲੇ ਦੁਆਲੇ ਘੁੰਮਦੇ ਪਏ ਨੇ, ਉਹ ਇਲੈਕਟ੍ਰੋਨ ਜੋ ਵੀ ਸਰਕੂਲਰ ਆਰਬਿਟ ਆਕੂਪਾਈ ਕਰਨਗੇ, ਜਿਹੜਾ ਵੀ ਸਰਕੂਲਰ ਆਰਬਿਟ ਦੇ ਵਿੱਚ ਉਹ ਰਿਵੋਲਵ ਕਰਨਗੇ, ਉਹਨਾਂ ਦੀ ਜਿਹੜੀ ਐਂਗੂਲਰ ਮੋਮੈਂਟਮ ਹੈ, ਇਲੈਕਟ੍ਰੋਨ ਦਾ ਐਂਗੂਲਰ ਮੋਮੈਂਟਮ उस इलैक्ट्रॉन का मल्टीपल होएगा h बाय 2 पाई दे। मतलब इहदा कि अगर इलैक्ट्रॉन पहले शैल विच रिवॉल्व करना चाहेगा ते ओदा एंगुलर मोमेंटम होएगा n दी वैल्यू 1, यानी कि h बाय 2 पाई, ते वो इत्थे रिवॉल्व करेगा, इत्थे ओदा मोमेंटम आ जाएगा h बाय 2 पाई। अगर वो दूसरे शैल विच रिवॉल्व करना शुरू करेगा दूसरे ऑर्बिट दे विच, ते दूसरे ऑर्बिट विच एदा मोमेंटम दी वैल्यू आ जाएगी n दी वैल्यू 2 भर लो, ते ए आ जाएगा तुहाडे को 2h by 2 pi, दैट इज h by pi। इसी तरह ही अगर कोई तीसरा, यानी कि किसी इलैक्ट्रॉन नू किसी फिक्स्ड ऑर्बिट दे विच ट्रैवल करन वास्ते ओदा एंगुलर मोमेंटम एक फिक्स्ड वैल्यू नाल करना पैना। मैं तो मेरी एक एग्जांपल नाल समझाना। फॉर एग्जांपल एक बस जा रही है जिन्हों तुसी दौड़ के फड़ना, अगर मान लो बस की स्पीड ज्यादा होएगी और तुसी ज्यादा रनिंग नहीं कर पाओगे, तुसी छलांग मार के बस च एंटर करने की कोशिश करोगे पर तुसी एंटर नहीं कर पाओगे क्योंकि बस की स्पीड ज्यादा होके चली जाएगी। अगर ये उलट होए कि बस की स्पीड थोड़ी स्लो है, तुसी तेजी ना निकल गए तो तुसी उहदे तो पहला आगे चले जाओगे, जो कि बहुत खतरनाक होएगा। ठीक है, अगर तुसी बस विच सही टाइमिंग च एंटर करना पैना तो फिर तुहानू उस स्पीड नू अपने नू बनाना पैना, तां ही तुसी उस बस च एंटर कर पाओगे, यानी कि सही स्पीड। उसी तरह ही इलैक्ट्रॉन दे लई किसी भी ऑर्बिट दे विच, ऑर्बिट एक सर्कुलर पाथ है, ਉਹਦੇ ਵਿੱਚ ਐਂਟਰ ਕਰ ਲਈ
ਇਹਨੂੰ ਆਪਾਂ ਬੋਲਦੇ ਹਾਂ ਆਪਣੀ ਕਕਸ਼ਾ ਦੇ ਵਿੱਚ ਐਂਟਰ ਕਰਨ ਲਈ। ਇਹਨੂੰ ਆਪਣਾ ਐਂਗੂਲਰ ਮੋਮੈਂਟਮ ਹੁੰਦਾ ਦ ਮੋਮੈਂਟਮ ਗੇਨ ਬਾय ਅ ਬੋਡੀ ਵਿਚ ਮੂਵ ਇਨ ਦਾ ਸਰਕੂਲਰ ਪਾਥ। ਅਗਰ ਕੋਈ ਬੋਡੀ ਸਰਕੂਲਰ ਪਾਥ ਵਿੱਚ ਮੂਵ ਕਰੇ ਕਰਦੀ ਹੈ ਤੇ ਉਹਦੇ ਵਿੱਚ ਐਂਗੂਲਰ ਮੋਮੈਂਟਮ ਆ ਜਾਂਦਾ, ਯਾਨੀ ਕਿ ਗੋਲਾਕਾਰ ਘੁੰਮਣ ਕਰਕੇ। ਸੋ ਉਹਦਾ ਜਿਹੜਾ ਐਂਗੂਲਰ ਮੋਮੈਂਟਮ ਹੈ ਉਹ ਮਲਟੀਪਲ ਹੋਣਾ ਚਾਹੀਦਾ h/2 ਪਾਈ ਦੇ। ਅਗਰ ਪਹਿਲਾ ਸ਼ੈਲ ਹੈ ਤੇ n ਦੀ ਵੈਲਿਊ, ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਐਂਗੂਲਰ ਮੋਮੈਂਟਮ ਨੂੰ ਅਸੀਂ l ਨਾਲ ਡਿਨੋਟ ਕਰਦੇ ਹਾਂ ਵੈਸੇ। angular momentum of an electron will be equal to n multiple of h/2 pi। और अगर इथे तुसी पहला शैल की गल करते हो तो n पहला फिल करोगे तो एंगुलर मोमेंटम की वैल्यू सिर्फ निकलती है h/2 pi। अगर तुसी दूसरे शैल में इलैक्ट्रॉन एंटर करवाना या एंटर करना हो इलैक्ट्रॉन ने दूसरे शैल च तो फिर इथे n की वैल्यू 2 आएगी तो वैल्यू फिल करके जो भी एंगुलर मोमेंटम है वो ओदी वैल्यू आ जाएगी। सो इन्होंने सानू एक फिक्सेशन देती, फिक्स एनर्जी दस दी कि इलैक्ट्रॉन की कितनी फिक्स एनर्जी नालों मूव करता पाया किसी एक पर्टिकुलर ऑर्बिट दे विच। और ये जेडे n दी वैल्यूज है, n दी वैल्यू 1 2 3 4 जो भी असी फिल करनी है यह सानू देगियां शैल्स दी वैल्यू, डिफरेंट शैल्स जिन्होंने बाद विच असां ने की कहता के एल एम एन। ठीक है, इन्हों मैं बाद विच पूरी तरह एक्सप्लोर करता। ठीक है, इत्थों तक नोट करो, मैं तुहानू पूरा दा पूरा बोहर मॉडल प्रॉपर करवाना। सो साडे कोल की आ गया एंगुलर मोमेंटम। एंगुलर मोमेंटम का बेटा फार्मूला होंदा जी mvr। ठीक है, mvr इज इक्वल टू nh/2 पाई। यह एक इंपॉर्टेंट इक्वेशन है, इन्हें नोट कर लो। एंगुलर मोमेंटम का फार्मूला हुण तुसीं कहना सर एंगुलर मोमेंटम का फार्मूला कित्थों आया, इत्थे तो मैं कहांगा इन्हें नोट करो। अगर तुसीं प्रॉपर इन्हू करना चाहते हो तो मेरे फिजिक्स के वीडियो देखते रहो क्योंकि यह उत्थे ही है। सो बार बार इधर उधर करने की बजाय एंगुलर मोमेंटम ਇਹਦੇ ਚ m ਕੀ ਹੈ मास ऑफ इलेक्ट्रॉन, v की है वेलोसिटी ऑफ इलेक्ट्रॉन, r की है रेडियस ऑफ ऑर्बिट। अगर इस ऑर्बिट जा रहा है तो आ रहा है, अगर इस ऑर्बिट जा रहा है तो आ रहा है। ठीक है, n की है, n हैगा ਤੁਹਾਡੇ ਕੋਲ शैल वैल्यू, h की है, h प्लैंक कांस्टेंट है। ठीक है, h की है, h ਤੁਹਾਡੇ ਕੋਲ प्लैंक कांस्टेंट है। क्लियर होगी गल, समझ आ गया तो तक। सो प्लैंक कांस्टेंट की वैल्यू कितनी होती है, प्लैंक कांस्टेंट की वैल्यू है h इज इक्वल टू 6.636 इंटू 10 रेज टू द पावर -34 तो यूनिट क्या आ गए थे जाउल सेकंड, है ना। प्लैंक्स कांस्टेंट ਤੁਹਾਡਾ प्लैंक्स थ्योरी तो आया सी, ए असी फिर पढ़ना अजे ए आना सानू पर क्योंकि यूज हो गया थे इस करके असी लिख लिया। तो ए पॉइंट समझ आ गया थानू। ठीक है, ए वैल्यूज नोट कर लो, जल्दी ना करो, पॉज कर लो, जल्दी करो। चलो ठीक है, हुण फिर मैं मिटा के अगों शुरू करता। 3 पॉइंट असी कर लिया। बोहर थ्योरी दे असी पढ़ते पे हां फीचर्स। बोहर एटॉमिक मॉडल दिता गया बोहर द्वारा और बोहर मॉडल दे विच बहुत सारिया रदरफोर्ड के मॉडल्स दी जो ड्रॉबैक सी वो सॉल्व कीतियां गईयां। चलो नेक्स्ट पॉइंट है पॉइंट नंबर 4, द इलेक्ट्रोस्टैटिक फोर्स बिटवीन इलेक्ट्रॉन एंड न्यूक्लियस provide centripetal force to electron while revolving। देखो ऐसा नो इलेक्ट्रॉन रिवॉल्व करता पाया न्यूक्लियस के आले दुआले। यह चीज असी रदरफोर्ड मॉडल च भी पढ़ी सी, इत्थे भी वही गल की गई है। इत्थे भी उन्हें यही गल कहा कि जेड़ा इलेक्ट्रॉन न्यूक्लियस के आले दुआले मूव करे करता ओदे लई जिहड़ी रिक्वायर, क्योंकि जदों भी कोई चीज
ਸਰਕੂਲਰ ਮੋਸ਼ਨ 'ਚ ਘੁੰਮਦੀ ਹੈ ਤੇ ਉਹਨੂੰ ਉਸ ਸਰਕੂਲਰ ਮੋਸ਼ਨ 'ਚ ਘੁੰਮਣ ਵਾਸਤੇ ਫੋਰਸ ਦੀ ਲੋੜ ਹੁੰਦੀ ਹੈ। ਬਿਨਾਂ ਫੋਰਸ ਤੇ ਤੁਸੀਂ ਐਸਲਰੇਸ਼ਨ ਨਹੀਂ ਲੈ ਸਕਦੇ। ਔਰ ਇਸ ਵਾਸਤੇ ਜਿਹੜੀ ਨੈਸੈਸਰੀ ਸੈਂਟਰੀਪੀਟਲ ਫੋਰਸ ਹੈ ਉਹ ਕਿੱਥੋਂ ਮਿਲਦੀ ਪਈ ਆ? ਉਹ ਮਿਲਦੀ ਪਈ ਆ electrostatic force of attraction between the electron and the nucleus। ठीक है, ਹੁਣ ਇੱਥੇ ਤੁਹਾਡੇ ਕੋਲ ਇੱਕ ਇਕੁਏਸ਼ਨ ਹੋਰ ਆਣੀ ਹੈ। ਪਹਿਲੀ ਇਕੁਏਸ਼ਨ ਤੁਸੀਂ ਨੋਟ ਕਰ ਲਈ ਹੈ, ਕਿਉਂਕਿ ਸਾਡੇ ਜਿਹੜੇ ਨੂਮੈਰੀਕਲਸ ਨੇ ਉਹ ਸਾਰੇ ਇਹਨਾਂ ਇਕੁਏਸ਼ਨਸ ਤੇ ਡਿਪੈਂਡ ਕਰਦੇ ਨੇ, ਪਰ ਇਹ ਚੈਪਟਰ ਜ਼ਿਆਦਾਤਰ ਥਿਊਰੀ ਔਰ ਕਨਸੈਪਟ ਨੂੰ ਬਿਲੋਂਗ ਕਰਦਾ। ਕੋਸ਼ਿਸ਼ ਕਰਾਂਗੇ ਆਪਾਂ ਫੁੱਲ ਬਟਾ ਫੁੱਲ ਸਭ ਕੁਝ ਕਰਾਂਗੇ। ठीक है, so the necessary centripetal force for the electron to revolve around the nucleus is equivalent or given by the electrostatic force between the electron and the nucleus। so ਪਹਿਲਾਂ ਤੇ ਆਪਾਂ ਗੱਲ ਕਰ ਲਈਏ ਇਲੈਕਟ੍ਰੋਸਟੈਟਿਕ ਫੋਰਸ ਕੀ ਹੈ। ਇਹ ਚੀਜ਼ ਅਸੀਂ ਸ਼ਾਇਦ ਛੋਟੀ ਕਲਾਸ 'ਚ ਪੜਿਆ ਕਿ let we have two charges q1 and q2, the distance between them is r, then electrostatic force is equal to 1 by 4 pi epsilon naught first charge second charge divided by distance ਦਾ square। ਇਹ ਇਲੈਕਟ੍ਰੋਸਟੈਟਿਕ ਫੋਰਸ ਕੱਢਣ ਦਾ ਫਾਰਮੂਲਾ ਵਾ। ਅਗਰ ਦੋ ਚਾਰਜ ਇੱਕ ਦੂਜੇ ਤੋਂ r ਡਿਸਟੈਂਸ ਦੀ ਦੂਰੀ ਤੇ ਪਏ ਹੋਣ ਤੇ ਉਹਨਾਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ, ਕਿਉਂਕਿ ਅਗਰ ਚਾਰਜ ਸੇਮ ਹੋਣਗੇ ਤੇ ਅਟਰੈਕਟ ਕਰਨਗੇ, ਅਗਰ ਸੇਮ ਹੋਣਗੇ ਤੇ ਉਹ ਰਿਪੈਲ ਕਰਨਗੇ, ਤੇ ਅਗਰ ਆਪੋਜ਼ਿਟ ਹੋਣਗੇ ਤੇ ਅਟਰੈਕਟ ਕਰਨਗੇ, ਤੇ ਉਹਨਾਂ ਦੀ ਜਿਹੜੇ ਫੋਰਸ ਦਾ ਐਕਸਪ੍ਰੈਸ਼ਨ ਉਹ ਆਇਆ ਵਾ। ਸੋ ਇੱਥੇ ਆਪਾਂ ਇਲੈਕਟ੍ਰੋਸਟੈਟਿਕ ਫੋਰਸ ਦੀ ਗੱਲ ਕਰੀਏ ਤੇ ਇਲੈਕਟ੍ਰੋਸਟੈਟਿਕ ਫੋਰਸ ਕੀ ਆ ਗਈ? ਇਲੈਕਟ੍ਰੋਸਟੈਟਿਕ ਫੋਰਸ ਆ ਗਈ ਤੁਹਾਡੇ ਕੋਲ Fe 1/4 ਪਾਈ ਐਪਸਿਲਨ ਨॉट। ਪਹਿਲਾ ਚਾਰਜ ਕੀ ਹੋ ਗਿਆ? ਪਹਿਲਾ ਚਾਰਜ ਹੋ ਗਿਆ ਇਲੈਕਟ੍ਰੋਨ, ਤੇ ਦੂਸਰਾ ਚਾਰਜ ਹੋ ਗਿਆ ਨਿਊਕਲੀਅਸ ਦਾ ਚਾਰਜ। ਦੇਖੋ ਨਿਊਕਲੀਅਸ ਦੇ ਉੱਤੇ ਚਾਰਜ ਕੀ ਹੁੰਦਾ ਵਾ? ਨਿਊਕਲੀਅਸ ਦੇ ਉੱਤੇ ਚਾਰਜ ਹੁੰਦਾ ਵਾ ਜਿੰਨੇ ਨੰਬਰ ਆਫ ਪ੍ਰੋਟੋਨ ਨੇ। ਠੀਕ ਹੈ, ਨੰਬਰ ਆਫ ਪ੍ਰੋਟੋਨ ਤੁਹਾਡਾ ਕੀ ਹੁੰਦਾ? ਨੰਬਰ ਆਫ ਪ੍ਰੋਟੋਨ ਹੀ ਤੁਹਾਡੇ ਕੋਲ ਹੁੰਦਾ ਤੁਹਾਡਾ ਐਟੋਮਿਕ ਨੰਬਰ। ਪ੍ਰੋਟੋਨ ਦਾ ਵੈਲਿਊ ਕੀ ਹੁੰਦੀ ਆ? ਐਟੋਮਿਕ ਨੰਬਰ। ਔਰ ਇੱਕ ਪ੍ਰੋਟੋਨ ਦੇ ਉੱਤੇ ਚਾਰਜ ਕਿੰਨਾ ਹੁੰਦਾ? ਇੱਕ ਪ੍ਰੋਟੋਨ ਤੇ ਚਾਰਜ ਹੁੰਦਾ ਇੱਕ ਇਲੈਕਟ੍ਰੋਨ। ਇਟ ਮੀਨਸ ਅਗਰ ਮੰਨ ਲਓ Z ਪ੍ਰੋਟੋਨ ਨਿਊਕਲੀਅਸ ਦੇ ਅੰਦਰ ਹੈ ਔਰ ਇੱਕ ਦੇ ਉੱਤੇ ਚਾਰਜ ਇੱਕ ਇਲੈਕਟ੍ਰੋਨ ਦੇ ਬਰਾਬਰ ਹੈ, ਸੋ ਤੁਹਾਡੇ ਕੋਲ ਜਿਹੜਾ ਐਟੋਮਿਕ ਚਾਰਜ ਬਣਿਆ, ਨਿਊਕਲੀਅਸ ਚਾਰਜ ਹੋਇਆ, ਨਿਊਕਲੀਅਸ ਚਾਰਜ ਦੀ ਵੈਲਿਊ ਕਿੰਨੀ ਆ ਗਈ? Ze। ਯਾਦ ਰੱਖਣਾ ਨਿਊਕਲੀਅਸ ਚਾਰਜ ਨੂੰ Ze ਦੇ ਨਾਲ ਡਿਨੋਟ ਕਰਦੇ ਹਾਂ, ਬੜੀ ਫੇਮਸ ਟਰਮ ਹੈ। ਸੋ ਇਲੈਕਟ੍ਰੋਨ ਦੇ ਨਾਲ ਇਹਦੇ ਨਾਲ ਕੀ ਆ ਗਿਆ? Ze ਡਿਵਾਈਡਡ ਬਾਈ ਡਿਸਟੈਂਸ ਦਾ ਸਕੁਅਰ। ਹੁਣ ਗੱਲ ਕਰਦੇ ਹਾਂ ਸੈਂਟਰੀਪੀਟਲ ਫੋਰਸ ਦੀ। ਸੈਂਟਰੀਪੀਟਲ ਫੋਰਸ ਨੂੰ ਵੀ ਸਮਝਣ ਵਾਸਤੇ ਤੁਹਾਨੂੰ ਫਿਜ਼ਿਕਸ ਵਿੱਚ ਕਾਇਨੈਮੈਟਿਕਸ ਹੀ ਜਾਣਾ ਪੈਣਾ। ਸੋ ਮੈਂ ਸਿੱਧਾ ਐਕਸਪ੍ਰੈਸ਼ਨ ਤੇ ਆਣਾ। ਸੈਂਟਰੀਪੀਟਲ ਫੋਰਸ ਦਾ ਫਾਰਮੂਲਾ ਹੁੰਦਾ ਅਗਰ ਕੋਈ ਵੀ ਬਾਡੀ ਰਿਵੋਲਵ ਕਰਦੀ ਹੋਏ ਸਰਕੂਲਰ ਮੋਸ਼ਨ ਦੇ ਵਿੱਚ, ਤੇ ਉਹਦੇ ਲਈ ਨੈਸੈਸਿਟੀ ਸੈਂਟਰੀਪੀਟਲ ਫੋਰਸ ਜਿਹੜੀ ਆ ਉਹ ਹੋਏਗੀ mv²/r। ਹੁਣ ਇਹਦੇ ਵਿੱਚ m ਕੀ ਆ? m ਉਹ ਮਾਸ ਹੈ ਬੋਡੀ ਦਾ ਜੋ ਸਰਕੂਲਰ ਮੋਸ਼ਨ ਚੱਲਦਾ ਪਿਆ। v ਕੀ ਆ? v ਇੱਥੇ ਹੈਗਾ ਵੈਲੋਸਿਟੀ ਆਫ ਦਾ ਬੋਡੀ। r ਕੀ ਆ? r ਉਸ ਸਰਕੂਲਰ ਪਾਥ ਦਾ ਰੇਡੀਅਸ ਹੈ ਜਿੱਥੇ ਉਹ ਮੂਵ ਕਰਨ ਡਿਆ। ਅਗਰ ਤੁਹਾਡਾ ਇਲੈਕਟ੍ਰੋਨ ਰਿਵੋਲਵ ਕਰੇਗਾ r ਰੇਡੀਅਸ ਦੇ ਨਾਲ ਅਰਾਊਂਡ ਦਾ ਨਿਊਕਲੀਅਸ ਵਿਦ ਵੈਲੋਸਿਟੀ v ਔਰ ਉਹਦਾ ਮਾਸ m ਹੋਏ, ਤੇ ਫਿਰ ਤੁਹਾਡੇ ਕੋਲ ਸੈਂਟਰੀਪੀਟਲ ਫੋਰਸ ਆ ਗਈ mv²/r। ਸੋ ਇਹ ਤੁਹਾਡੇ ਕੋਲ ਆ ਗਿਆ। ਇਹਨੂੰ ਤੁਸੀਂ ਇਸ ਤਰ੍ਹਾਂ ਲਿਖਣਾ, ਇਸ ਤਰ੍ਹਾਂ ਲਿਖ ਲਓ mv²/r, ਜਾਂ ਫਿਰ ਇਸ ਤਰ੍ਹਾਂ ਲਿਖ ਲਓ 1/4 ਪਾਈ ਐਪਸਿਲਨ ਨॉट Ze²/r² is equal to mv²/r। ਇਟ ਮੀਨਸ ਇੱਥੇ ਇਹਨਾਂ ਨੇ ਇਹ ਗੱਲ ਕਰਤੀ ਕਿ ਇਲੈਕਟ੍ਰੋਨ ਕਿਉਂ ਫਿਕਸਡ ਇੱਕੋ ਚਾਲ ਦੇ ਵਿੱਚ ਚੱਲੀ ਜਾਂਦਾ? ਕਿਉਂਕਿ ਉਹਦੀ ਇਲੈਕਟ੍ਰੋਸਟੈਟਿਕ ਫੋਰਸ ਨੂੰ ਬੈਲੈਂਸ ਕੀਤਾ ਜਾ ਰਿਹਾ ਸੈਂਟਰੀਪੀਟਲ ਫੋਰਸ ਦੁਆਰਾ। ਜਾਂ ਸੈਂਟਰੀਪੀਟਲ ਫੋਰਸ ਦੇਖੋ ਨਾ ਤੁਸੀਂ, ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਸੀ ਕਿ ਅਗਰ ਮੰਨ ਲਓ ਇਹ ਸਨ ਹੈ ਔਰ ਅਰਥ ਹੈ, ਅਰਥ ਅਗਰ ਰਿਵੋਲਵ ਕਰਦਾ ਪਿਆ ਵਾ ਸਨ ਦੇ ਇਰਦ ਗਿਰਦ, ਤੇ ਉਹਦੇ ਪਿੱਛੇ ਕਾਰਨ ਹੈ ਅਰਥ ਔਰ ਸਨ ਦੀ ਵਿਚਲੀ ਗ੍ਰੈਵਿਟੇਸ਼ਨਲ ਫੋਰਸ। ਉਹ ਗ੍ਰੈਵਿਟੇਸ਼ਨਲ ਫੋਰਸ ਕਰਕੇ ਰਿਵੋਲਵ ਕਰਦਾ ਜਾ ਰਿਹਾ। ਉਸੇ ਤਰ੍ਹਾਂ ਹੀ ਇੱਥੇ ਤੁਹਾਡੇ ਕੋਲ ਰਿਵੋਲਵਮੈਂਟ ਆਫ ਦਾ ਇਲੈਕਟ੍ਰੋਨ ਕਾਹਦੇ ਕਰਕੇ ਆ? ਇਹ ਹੈਗਾ ਤੁਹਾਡੇ ਕੋਲ ਦਾ ਫੋਰਸ ਬਿਟਵੀਨ ਦਾ ਇਲੈਕਟ੍ਰੋਨ ਐਂਡ ਦਾ ਨਿਊਕਲੀਅਸ, ਦੈਟ ਇਜ਼ ਇਲੈਕਟ੍ਰੋਸਟੈਟਿਕ ਫੋਰਸ। ਇਹਨੂੰ ਵੀ ਕਰੋ ਨੋਟ। ਸੋ ਇੱਥੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਇਲੈਕਟ੍ਰੋਸਟੈਟਿਕ ਫੋਰਸ ਜਿਹੜੀ ਨਿਊਕਲੀਅਸ ਔਰ ਇਲੈਕਟ੍ਰੋਨ ਦੇ ਵਿੱਚ ਹੈ ਉਹੀ ਉਹਦੀ ਰਿਵੋਲਵਮੈਂਟ ਦਾ ਕਾਰਨ ਬਣਦੀ ਹੈ। ਉਹਦੇ ਕਰਕੇ ਹੀ ਜਿੰਨੀ ਫੋਰਸ ਉਹਦੇ ਵਿੱਚ ਹੈ
उस फोर्स करके साडा जिहड़ा इलैक्ट्रॉन है वो न्यूक्लियस के इर्द गिर्द घुमसा रहा, ਉਹਦੇ इक्वलेंट फोर्स ਹੁੰਦੀ है। ठीक है, जे अर्थ जो है वो रिवॉल्व करती पई है सन के इर्द गिर्द, ते ਉਹਦੇ ਪਿੱਛੇ ਕਾਰਨ ਹੈ सन ने ਉਹਨੂੰ होल्ड ਕੀਤਾ ग्रेविटेशनल फोर्स ਨਾਲ, नहीं तो किते अलग जगह ਤੇ भी मूव कर सकती है। क्लियर होई गल? ਹੁਣ आंदी है नैक्सट फीचर की गल, समझ आ रहा है? नैक्सट फीचर की है? नैक्सट फीचर है in a particular orbit energy of electron is fixed, it neither gain energy nor loses energy। मतलब कि किसी भी एक ऑर्बिट दे विच अगर कोई इलैक्ट्रॉन रिवॉल्व करता पिया है तो वो उस ऑर्बिट दे विच फिक्स एनर्जी दे नाल रिवॉल्व करता पिया, ना ते वो उत्थे कोई एनर्जी लूज कर रहा ना गेन कर रहा। और तुही याद है ना, यही साडा ड्रॉबैक सी रदरफोर्ड मॉडल दा, और यही एदा फीचर बन गया कि बई जिहड़ा इलैक्ट्रॉन है अगर वो किसी पर्टिकुलर ऑर्बिट दे विच मूव करेगा, वो ना ते कोई एनर्जी लूज करेगा और ना ही कोई एनर्जी गेन करेगा, वो हमेशा फिक्स एनर्जी दे नाल मूव करेगा। इस हिसाब नाल आपां कह सकते हैं कि जिहड़े एनर्जी शेल्स ने या एनर्जी ऑर्बिट्स ने, दे हैव फिक्स्ड एनर्जी, उन्हां दी एनर्जी फिक्स्ड है। और इन्हां ऑर्बिट्स नूं नवा नाम दे दिता गया, और की नाम दिता गया? इन्हां नूं नाम दिता गया स्टेशनरी एनर्जी लैवल्स। स्टेशनरी एनर्जी लैवल्स सी जिहड़े, इन्हां शैल्स नूं की कहता गया? इन्हां नूं कहता गया स्टेशनरी एनर्जी लैवल्स। उन्होंने कहा कि अगर n इक्वल टू 1 है, पहला एनर्जी लेवल है, तो एक नाम आ गया k, n2 है तो नाम आ गया l, n3 है नाम आ गया k l m n o, सो ऑन। यानी कि यह नाम उन्होंने दिते ही k l m n। एक चीज मैं तुहानू हुणे ही कह देना, बोहर मॉडल तो तुहाडी पूरी केमिस्ट्री की जिहड़ी नेमिंग है ना, नाम किस तरह ले जाने हैं किसी एलीमेंट ते, वो डिपेंड करने हैं। इस करके इत्थों पूरा ध्यान ला के समझना, हर एक चीज इत्थों ही बननी है। ठीक है, जो जिस तरह करी गई। सो है नैक्सट पॉइंट समझ आ गया, जो कि रदरफोर्ड मॉडल का ड्रॉबैक सी वो इत्थे कवर हो गया। उन्होंने कहता एनर्जी जिहड़ी है किसी भी शैल दे विच किसी भी इलैक्ट्रॉन की जिहड़ी एनर्जी है फिक्स्ड है। यह नहीं है कि इलैक्ट्रॉन जिहड़ा वा कोई भी एनर्जी लैवल का किसी भी शैल विच है, नहीं, फिक्स्ड एनर्जी लैवल में फिक्स्ड एनर्जी इलैक्ट्रॉन हैगा, ना वो अगे जा सकता ना पीछे जा सकता ਜਦੋਂ तक ਉਹਦੀ वो एनर्जी है। हाँ, अगर वो एनर्जी लूज करेगा या गेन करेगा तो फिर अपने स्पैसिफिक शैल में रहेगा। ਇਹ लगभग इसे तरह ही है। जिस हिसाब नाल अगर आप सिनेमा हॉल दे विच जाने है ना, सिनेमा हॉल जाने ना, तो आप टिकट ਲਈ ਹੁੰਦੀ है। टिकट मान लो 4 तरह के साडे कोल उत्थे बहन दे एरियाज ने, एक ओपन हॉल है, एक एसी वाला, एक बालकनी है, इस तरह। हुण वो हर एक टिकट के उत्ते एक सिंबल, एक कलर बनया। बालकनी वाला जिहड़ा रेड कलर है, येलो कलर आ गया सिनेमा हॉल दा, ठीक है, और एसी हॉल दा मान लो आ गया ग्रीन कलर आ गया। ते सानू ਜਿਹੜੇ ਉੱਥੇ ਬਿਠਾਉਣ ਵਾਲੇ ਉਹਨਾਂ ਦੇ ਵਰਕਰ ਲੱਗੇ ਹੁੰਦੇ ਆ, ਉਹ ਦੇਖਦੇ ਆ ਅੱਛਾ ਗ੍ਰੀਨ ਕਲਰ ਹੈ, ਉਹ ਤੁਹਾਨੂੰ ਏਸੀ ਹਾਲ 'ਚ ਡਾਇਵਰਟ ਕਰਦੇ ਆ, ਤੁਸੀਂ ਇੱਥੇ ਬੈਠੋਗੇ। अच्छा रेड कलर है बालकनी चले जाओगे, येलो कलर है इत्थे चल जाओगे, यह कलर है उत्थे चल जाओगे। यानी कि साडे कलर के हिसाब नाल ने, यानी कि फिक्स्ड एनर्जी लैवल, अगर एनर्जी लैवल फिक्स्ड है तो मैनू फिक्स पोजीशन दे दी, यानी कि इलैक्ट्रॉन की पूरी खातिर हो रही है, इलैक्ट्रॉन के उत्ते पूरा ध्यान रखा जा रहा है कि इलैक्ट्रॉन कित्थे रह रहा है। यह टॉपिक का मतलब यही है कि इलैक्ट्रॉन की मेन पोजीशन नू डिफाइन किया जा रहा है इस मॉडल द्वारा, कि सब एटॉमिक पार्टिकल कितना रिसाइड करेगा, कित्थे कित्थे रहेगा। सो लगभग एक एग्जांपल होर दे देना, शायद ज़्यादा वधिया समझ आए। फॉर एग्जांपल तुहाडे कोल तुहाडे क्लासरूम दे विच
बेंच लगे स्टार्ट टू एंड 10 रोज ने और ईच रोज हर एक 10% ਨੂੰ ਰਿਪਰੈਜ਼ੈਂਟ ਕਰਦੀ ਪਈ। ਅਗਰ ਤੁਹਾਡੇ ਮਾਰਕਸ 80% ਤੋਂ ਜ਼ਿਆਦਾ ਤੁਹਾਨੂੰ ਸਭ ਤੋਂ ਪਹਿਲੀ ਰੋਜ਼ ਦੇਤੀ, ਪਹਿਲੀ ਰੋਜ਼ 80% ਤੋਂ ਜ਼ਿਆਦਾ ਵਾਲੇ, ਫਿਰ ਥੋੜੀ ਦੂਰੀ ਪਾ ਕੇ ਦੂਸਰੀ ਰੋ ਆ ਗਈ, ਦੂਸਰੀ ਰੋ ਦੇ ਵਿੱਚ 70% ਵਾਲੇ, ਉਸ ਤੋਂ ਤੀਸਰੀ ਰੋ 'ਚ 60% ਵਾਲੇ। ਯਾਨੀ ਕਿ ਜੋ ਤੁਹਾਡੀ ਪਰਸੈਂਟੇਜ ਹੈ, ਪਰਸੈਂਟੇਜ ਦੇ ਆਧਾਰ ਦੇ ਉੱਤੇ ਹੀ ਤੁਸੀਂ ਆਪਣੀ ਸ਼ੈਲ ਦੇ ਵਿੱਚ ਰਹਿ ਸਕਦੇ ਹੋ। ਜੋ ਇਲੈਕਟ੍ਰੋਨ ਦੀ એનર્ਜੀ ਆ, ਇਲੈਕਟ੍ਰੋਨ ਦੀ એનર્ਜੀ ਦੇ ਹਿਸਾਬ ਨਾਲ ਹੀ ਉਹ ਆਪਣੇ ਸ਼ੈਲ ਨੂੰ ਪਿਕ ਕਰ ਸਕਦਾ। ਅਗਰ ਉਹਦੀ એનર્ਜੀ ਘੱਟ ਹੈ ਤੇ ਉਹ ਆਪਣੇ ਛੋਟੇ ਸ਼ੈਲ 'ਚ ਹੈ, ਅਗਰ એનર્ਜੀ ਜ਼ਿਆਦਾ ਵਾ ਤੇ ਵੱਡੇ ਸ਼ੈਲ 'ਚ ਹੈ। ਕਲੀਅਰ ਹੋ ਗਿਆ ਇੱਥੇ ਤੱਕ? ਕਿਸੇ ਸ਼ੈਲ ਵਿੱਚ એનર્ਜੀ ਫਿਕਸ ਰਹੇਗੀ ਔਰ ਦੂਸਰੇ ਸ਼ੈਲ ਦੇ ਲਈ ਅਗਰ ਇਲੈਕਟ੍ਰੋਨ ਮੂਵ ਕਰਦਾ ਪਿਆ ਤੇ ਜਾਂ ਤੇ ਉਹ એનર્ਜੀ ਲੂਜ਼ ਕਰੇਗਾ ਜਾਂ ਗੇਨ ਕਰੇਗਾ, ਪਰ ਇੱਕ ਪਾਰਟਿਕੂਲਰ ਸ਼ੈਲ ਦੇ ਵਿੱਚ ਉਹਦੀ એનર્ਜੀ ਫਿਕਸ ਹੈ। ਇਹਨੂੰ ਕਰੋ ਨੋਟ ਤੇ ਫਿਰ ਖਤਮ ਕਰੀਏ ਬੋਹਰ ਮਾਡਲ ਨੂੰ। ਸੋ ਇਹ ਸੀ ਪੰਜਵਾਂ ਪੁਆਇੰਟ। ਹੁਣ ਲਾਸਟ ਪੁਆਇੰਟ ਜੋ ਕਿ ਇਸੇ ਚੀਜ਼ ਨਾਲ ਜੁੜਿਆ ਹੋਇਆ। ਹੁਣ ਉਹਨੇ ਕਹਿਤਾ ਕਿ ਇੱਕ ਸ਼ੈਲ ਦੇ ਵਿੱਚ ਅਗਰ ਕੋਈ ਵੀ ਇਲੈਕਟ੍ਰੋਨ ਹੈ ਤੇ ਉਹ ਆਪਣੇ ਸ਼ੈਲ ਦੇ ਵਿੱਚ એનર્ਜੀ ਹਮੇਸ਼ਾ ਫਿਕਸ ਰੱਖੇਗਾ, ਬਟ ਇਫ ਇਟ ਲੂਜ਼ ਔਰ ਗੇਨ એનર્ਜੀ, ਇੱਥੇ ਲਿਖ ਲਿਓ ਵਿਦ ਫਿਕਸਡ ਵੈਲਿਊ, it will change its shell। मतलब कि अगर कोई इलेक्ट्रॉन एनर्जी गेन कर लेता तो यह करेगा जंप हायर शैल, और अगर कोई इलेक्ट्रॉन एनर्जी लूज करता तो यह जंप करेगा लोअर शैल ते। यानी कि किसी शैल दे विच एक इलैक्ट्रॉन की एनर्जी हमेशा फिक्स रहेगी, और अगर वो किसी तरीके ना एनर्जी अब्जॉर्ब करता, किसी भी तरह अगर एक्सटर्नल उन्होंने एनर्जी दी जाती है, इलैक्ट्रॉन जंप करेगा और हायर शैल ते जंप करके पहुंच जाएगा। और एनर्जी दोगे और हायर शैल ते जंप करके चला जाए। एनर्जी फिक्स्ड अमाउंट की देनी है। क्यों फिक्स्ड अमाउंट की देनी है, मैं तुहानू एग्जांपल ना दसदा। मान लो पहले शैल की एनर्जी है तुहाडे कोल 0.34 वोल्ट, ठीक है, और दूसरे शैल की इत्थे एनर्जी लैवल है तुहाडे कोल 5.34 वोल्ट, यानी कि 5 इलैक्ट्रॉन वोल्ट का फर्क है, ईवी इलैक्ट्रॉन वोल्ट, ठीक है। इलैक्ट्रॉन की एनर्जी नू ईवी दे विच डिनोट किया जाता है, इहदे बारे अगे असीं पढ़ना। हुण पहले शैल की एनर्जी 0.34 वोल्ट और जिस शैल च जाना उत्थे एनर्जी 5.34 वोल्ट इलैक्ट्रॉन वोल्ट। सो किन्ने दा गैप है, डिफरेंस देखोगे तो हैगा तुहाडे कोल 5 इलैक्ट्रॉन वोल्ट का। अगर इनू 5 इलैक्ट्रॉन वोल्ट एनर्जी मिलेगी तो यह जंप करेगा तो हायर एनर्जी लैवल च चल जाएगा। इस चीज नूं असीं बोलदे हां कि यह इहदी एक्साइटेड स्टेज है। कित्थे पहुंच गया, एक्साइटेड स्टेज। और अगर वो इलैक्ट्रॉन एनर्जी नूं लूज करदा ते उसे तरह ही हायर तो लोअर पहुंचदा ते फिर भी एक फिक्स्ड अमाउंट की एनर्जी इहनूं लूज करनी पेगी, तां ही उहनूं अगले शैल दे विच जगह मिलेगी। इन बिटवीन मूव नहीं करेगा। सो यह पॉइंट की निकलदा, फॉर मूविंग टू अ पर्टिकुलर shell the electron should have lose or gain a definite amount of energy, and the energy to move from one shell to another is equal to energy of the first second shell minus energy of the first shell। कितनी एनर्जी उन्हें लूज की है, कितनी गेन की है, यह इस चीज पे डिपेंड करेगा कि किहड़े एनर्जी लैवल तो किहड़े एनर्जी लैवल दे उत्ते जा रहा है। सो बोहर का यह एटॉमिक मॉडल तुहाडे सामने आ रहा, जिहदे विच उन्हें पूरी तरह ना इलैक्ट्रॉन के उत्ते फोकस किया और इलैक्ट्रॉन की पूरी स्पैशलिटी दसी कि इलैक्ट्रॉन कित्थे रिसाइड करता। पर क्या यह मॉडल फाइनल कर पावांगे असीं? क्या यह मॉडल सही साबित होएगा? देखने के लिए अगला एपिसोड यानी कि अगला लैक्चर जरूर देखियो।
ਬਹੁਤ ਮਜ਼ੇਦਾਰ ਕਹਾਣੀ ਹੈ। ਮੈਂ ਤੁਹਾਨੂੰ ਫਿਰ ਬੋਲਦਾ, ਸਟੱਡੀ ਨੂੰ ਅਸੀਂ ਕਹਾਣੀ ਦੇ ਤੌਰ ਤੇ ਪੜਾਂਗੇ ਤੇ ਸਾਨੂੰ ਕਦੀ ਯਾਦ ਕਰਨਾ ਨਹੀਂ ਪਏਗਾ। ਜਿਨ੍ਹਾਂ ਨੇ ਮੇਰੇ ਪਹਿਲੇ ਵੀਡੀਓ ਨਹੀਂ ਦੇਖੇ, ਪਲੀਜ਼ ਪਹਿਲੇ ਵੀਡੀਓ ਦੇਖ ਲਓ। ਅੱਜ ਦਾ ਲੈਕਚਰ ਅਸੀਂ ਇੱਥੋਂ ਤੱਕ ਹੀ ਰੱਖਣਾ। ਟਿਪ ਆਫ ਦਾ ਡੇ ਸਿਰਫ ਇਹੀ ਹੈ ਬੇਟਾ ਜੀ, ਆਪਣੇ ਆਪ ਤੇ ਵਿਸ਼ਵਾਸ ਰੱਖੋ। 10th ਤੋਂ ਬਾਅਦ 11th ਔਰ 12th ਇਹ ਦੋ ਕਲਾਸਿਸ ਹੈ ਜੋ ਕਿ ਤੁਹਾਨੂੰ ਬਹੁਤ ਸਾਰਾ ਮਟੀਰੀਅਲ ਤੁਹਾਡੇ ਸਾਹਮਣੇ ਪਰੋਸਿਆ ਜਾਏਗਾ। ਤੁਹਾਡੀ ਮਰਜ਼ੀ ਨਾਲ ਮਟੀਰੀਅਲ ਤੁਸੀਂ ਲੈ ਸਕਦੇ ਹੋ ਔਰ ਉਹ ਮਰਜ਼ੀ ਬਣਾਉਣ ਦੇ ਲਈ ਤੁਹਾਨੂੰ ਇੱਕ ਮੌਜ, ਇੱਕ ਮਸਤੀ ਵਿੱਚ ਆਉਣਾ ਪਏਗਾ। ਉਹ ਹੋਏਗੀ ਪੜ੍ਹਾਈ ਦੀ ਮਸਤੀ। ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ, ਅਗਰ ਤੁਸੀਂ ਸੋਚਦੇ ਹੋ ਕਿ ਨਹੀਂ ਮੈਂ ਤੇ 10th ਵਿੱਚ ਯਾਰ ਬਹੁਤ ਸਟੱਡੀ ਕੀਤੀ ਸੀ, 11th ਵਿੱਚ ਮੈਂ ਥੋੜਾ ਥੋੜਾ ਪੜਾਂਗਾ, ਕਈ ਬੱਚਿਆਂ ਦਾ ਇਹ ਮਨ ਹੁੰਦਾ, ਕਈ 11th ਵਿੱਚ ਇਹ ਕਰ ਜਾਂਦੇ ਆ। ਬੇਟਾ ਹਰ ਇੱਕ ਚੀਜ਼ ਦਾ ਇੱਕ ਰਿਦਮ ਹੁੰਦਾ। ਇੱਕ ਖਿਲਾੜੀ ਖੇਡਦਾ ਪਿਆ, ਉਹ ਕ੍ਰਿਕਟ ਦੇਖਦੇ ਹੋ, ਕ੍ਰਿਕਟ ਦੇ ਵਿੱਚ ਕਦੀ ਵੀ ਕੋਈ ਪਲੇਅਰ ਆਂਦਾ ਔਰ ਆਉਂਦੇ ਹੀ ਚੌਕੇ ਛੱਕੇ ਨਹੀਂ ਮਾਰੇਗਾ। ਆ ਕੇ ਪਹਿਲੇ 2 4 5 ਬਾਲਾਂ, ਫਿਰ ਉਹਦਾ ਰਿਦਮ ਬਣਦਾ। ਫਿਰ ਉਹ ਜਦੋਂ ਆਪਣੀ ਸਟੇਜ ਦੇ ਆਪਣੀ ਗੇਮ ਦੇ ਲਾਸਟ 5-7 ਬਾਲਾਂ ਦੇ ਉੱਤੇ ਹੁੰਦਾ ਤੇ ਆਪਾਂ ਉਹਦੇ ਤੇ ਪੂਰਾ ਭਰੋਸਾ ਕਿਉਂ ਦੱਸਦੇ ਹਾਂ? ਕਿਉਂਕਿ ਉਹਦਾ ਰਿਦਮ ਬਣ ਗਿਆ। ਉਸੇ ਤਰ੍ਹਾਂ ਤੁਸੀਂ ਆਪਣੇ ਆਪ ਤੇ ਜਾਂ ਮੈਂ ਤੁਹਾਡੇ ਤੇ ਪੂਰਾ ਭਰੋਸਾ ਤਾਂ ਹੀ ਦੱਸ ਸਕਦਾ, ਤੁਸੀਂ ਰਿਦਮ ਬਣਾਓ। ਲਗਾਤਾਰ ਸਟੱਡੀ ਨਾਲ ਜੁੜੇ ਰਹੋ, ਇਹ ਤੁਹਾਡੇ ਬਹੁਤ ਕੰਮ ਆਣੀ ਜੇ। ਮੇਰੀ ਗਰੰਟੀ ਹੈ ਕਿ ਇਹ 2 ਸਾਲ ਅਗਰ ਤੁਸੀਂ ਵਧੀਆ ਪੜ੍ਹੋਗੇ ਤੇ ਤੁਸੀਂ ਕਿਸੇ ਵੀ ਲਾਈਨ ਨੂੰ ਬਿਨਾਂ ਕਿਸੇ ਟੈਨਸ਼ਨ ਦੇ ਚੂਜ਼ ਕਰ ਸਕਦੇ ਹੋ। ਤੁਹਾਨੂੰ ਇਹ ਚਿੰਤਾ ਨਾ ਕਿ ਮੇਰਾ ਫਿਊਚਰ ਕੀ ਹੋਏਗਾ, ਮੈਂ ਕੀ ਬਣਨਾ, ਇਹ ਕੀ ਕਰਨਾ। ਉਹ ਯਾਰ ਇਹ ਬਾਹਰ ਦੀਆਂ ਗੱਲਾਂ ਵਾ। ਜੋ ਕਰੰਟ ਚੱਲਦਾ ਪਿਆ ਉਹਦੇ ਤੇ ਫੋਕਸ ਕਰੋ ਔਰ ਪ੍ਰੈਜ਼ੈਂਟਲੀ ਤੁਸੀਂ ਕਰਦੇ ਪਏ ਹੋ 11th ਕਲਾਸ ਔਰ ਆਪਾਂ ਇਹਨੂੰ ਫੰਡਾਮੈਂਟਲ ਲੈਵਲ ਤੇ ਬਹੁਤ ਵਧੀਆ ਕਰਨਾ। ਹਰ ਇੱਕ ਚੀਜ਼ ਮੈਨੂੰ ਆਣੀ ਚਾਹੀਦੀ ਆ ਬਹੁਤ ਚੰਗੇ ਤਰੀਕੇ ਨਾਲ। ਇੱਕ ਵੀ ਚੀਜ਼ ਨਹੀਂ ਛੁੱਟਣੀ ਚਾਹੀਦੀ। ਬੁੱਕ ਰੀਡ ਕਰਿਆ ਕਰੋ, ਮੇਰੇ ਲੈਕਚਰ ਦੇਖਿਆ ਕਰੋ, ਆਪਣੇ ਫਰੈਂਡਸ ਨੂੰ ਦੱਸਿਆ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਐਕਸਪਲੋਰ ਕਰੋ। ਆਪਣੇ ਦੋਸਤਾਂ ਨਾਲ ਜੁੜਨਾ ਬਹੁਤ ਚੰਗੀ ਗੱਲ ਹੈ। ਕੁਝ ਦੋਸਤਾਂ ਕੋਲੋਂ ਸਿੱਖਣਾ ਤੇ ਕੁਝ ਦੋਸਤਾਂ ਨੂੰ ਸਿਖਾਉਣਾ। ਅਗਰ ਦੋਸਤ ਮਸਤੀਬਾਜ਼ ਨੇ, ਬਹੁਤ ਮਸਤੀ ਕਰਨਾ ਚਾਹੁੰਦੇ ਨੇ, ਤੇ ਮੈਂ ਸਾਥ ਛੱਡਣ ਨੂੰ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਉਹਨਾਂ ਨੂੰ ਆਪਣੇ ਨਾਲ ਲਗਾਓ। ਅਗਰ ਤੁਸੀਂ ਮੇਰੇ ਵੀਡੀਓ ਦੇਖਦੇ ਪਏ ਹੋ, ਲੈਕਚਰ ਦੇਖਦੇ ਪਏ ਹੋ ਔਰ ਚੰਗੇ ਲੱਗਦੇ ਪਏ ਆ, ਤੇ ਇੱਕ ਚੰਗਾ ਕੰਮ ਇਹ ਵੀ ਕਰਨਾ ਅਸੀਂ ਆਪਣੀ ਦੋਸਤੀ ਕਾਇਮ ਰੱਖਣੀ ਹੈ ਔਰ ਦੋਸਤਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ। ਦੋਸਤ ਹਮੇਸ਼ਾ ਨਾਲ ਰਹਿੰਦੇ ਆ, ਹਰ ਇੱਕ ਟਾਈਮ ਤੇ, ਹਰ ਇੱਕ ਜਗ੍ਹਾ ਤੇ, ਹਰ ਇੱਕ ਘੜੀ ਦੇ ਵਿੱਚ, ਬਸ਼ਰਤੇ ਅਸੀਂ ਉਹਨਾਂ ਦਾ ਸਾਥ ਉਹਨਾਂ ਦੀ ਚੰਗਿਆਈ ਲਈ ਦੇਣਾ। ਅਸੀਂ ਉਹਨਾਂ ਦਾ ਸਾਥ ਉਹਨਾਂ ਨੂੰ ਫਾਇਦਾ ਦੇਣ ਲਈ ਦੇਣਾ। ਅਸੀਂ ਉਹਨਾਂ ਨੂੰ ਦੱਸਣਾ ਕਿ ਬਈ ਸਟੱਡੀ ਕਰਨ ਦਾ ਇਹ ਫਾਇਦਾ ਵਾ। ਹਰ ਇੱਕ ਬੰਦੇ ਨੂੰ ਪਰਮਾਤਮਾ ਨੇ ਬਹੁਤ ਅੱਛੀ ਅਕਲ, ਬਹੁਤ ਅੱਛੀ ਨੇਚਰ, ਬਹੁਤ ਅੱਛੀ ਸੀਰਤ ਬਖਸ਼ੀ ਹੈ। ਅਸੀਂ ਉਹਨਾਂ ਨੂੰ ਇਹ ਯਾਦ ਕਰਵਾਉਣਾ ਕਿ ਇਹ ਤੇਰੀ ਪੋਟੈਂਸ਼ੀਅਲ ਹੈ, ਇਸ ਪੋਟੈਂਸ਼ੀਅਲ ਨੂੰ ਵਧਾਓ। ਸੋ ਖੁਦ ਵੀ ਪੜ੍ਹੋ ਤੇ ਉਹਨੂੰ ਵੀ ਪੜ੍ਹਾਓ। ਇਹ ਹੀ ਮੇਰਾ ਇੱਕ ਮੋਟੀਵੇਸ਼ਨਲ ਜਿਹਾ ਛੋਟਾ ਜਿਹਾ ਟਿਪ। ਸੋ ਇਹਦੇ ਨਾਲ ਹੀ ਅੱਜ ਇੱਥੇ ਇਜਾਜ਼ਤ ਲੈਂਦਾ ਔਰ ਆਸ ਕਰਦਾ ਕਿ ਮੇਰੇ ਸਟੂਡੈਂਟਸ ਹਰ ਇੱਕ ਉਹ ਮੰਜ਼ਿਲ ਤੱਕ ਪਹੁੰਚ ਸਕਣ ਜੋ ਕਿ ਉਹ ਸੋਚਦੇ ਪਏ ਨੇ। ਓਕੇ ਜੀ।